गरेवाल जी, आज शुरुआत तुहाडे तो चिट्ठी पढ़ी, मैं भी पढ़ी, बहुत सारे दर्शकों ने भी पढ़ी होएगी और इनफैक्ट बीजेपी के आगुओं ने भी पढ़ी होएगी। मैं शुरुआत इत्थों ही अज करन जा रहे हैं। किस तरह की दखलअंदाजी एसजीपीसी नूं नजर आउंदी है। मैं उस चिट्ठी नूं पढ़ रहा सी, बार-बार तुसीं इंटरफेरेंस, दखलअंदाजी शब्द का इस्तेमाल उस चिट्ठी दे विच कई बार किया गया है। किस तरह की दखलअंदाजी, ये दर्शक सब तो पहला समझना ते जानना चाहते हैं। देखो ਜਿਹੜੀ ਅਸੀਂ चिट्ठी लिखी ਆ जी, चिट्ठी ਇਤਰਾਜ਼ ਜਿਹੜਾ ਵਾ ਦਖਲਅੰਦਾਜ਼ੀ ਦਾ ਇਹ ਅੱਜ ਨਹੀਂਗਾ, ਇਹ ਕਈ ਦਿਨ ਪਹਿਲਾਂ ਤੋਂ ਜਦੋਂ ਦੀ ਇਲੈਕਸ਼ਨ ਹੋਈ ਆ, ਐਤਕੀ ਦੀ ਇਲੈਕਸ਼ਨ ਜਿਹੜੀ 9 ਨਵੰਬਰ ਦੀ ਹੋਈ ਆ, ਉਸ ਇਲੈਕਸ਼ਨ ਦੇ ਵਿੱਚ ਜੋ ਕੁਝ ਵਾਪਰਿਆ ਉਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਜ਼ਿਕਰ ਕਰ ਚੁੱਕੇ ਆ, ਤੁਹਾਡੇ ਚੈਨਲ ਤੇ ਵੀ ਇਸ ਗੱਲ ਬਾਰੇ ਜ਼ਿਕਰ ਹੋਇਆ ਕਿ ਦੇਖੋ ਪਿਛਲੇ ਸਮੇਂ ਦੇ ਅੰਦਰ ਅਸੀਂ ਕਾਂਗਰਸ ਤੋਂ ਤਾਂ ਇਸ ਤਰ੍ਹਾਂ ਦਾ ਦੇਖਦੇ ਸੀ, ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਤਾਂ ਬਹੁਤ ਵੱਡੇ ਪੱਧਰ ਤੇ ਇੱਕ ਦਮਨ ਚੱਕਰ ਚਲਾਇਆ ਗਿਆ। ਸਾਡੇ ਮੈਂਬਰ ਜਿਹੜੇ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ, ਉਹਨਾਂ ਦੇ ਕਿਸੇ ਤੇ ਬੱਕਰੀ ਚੋਰੀ ਦਾ ਪਰਚਾ, ਕਿਸੇ ਦੇ ਮੱਝ ਚੋਰੀ ਦਾ ਪਰਚਾ, ਕਿਸੇ ਦੇ ਬਿਜਲੀ ਚੋਰੀ ਦਾ ਪਰਚਾ, ਇਸ ਤਰ੍ਹਾਂ ਦਾ ਕਰਕੇ ਇੱਕ ਦਹਿਸ਼ਤ ਫੈਲਾਈ ਗਈ ਤੇ ਫਿਰ ਉਹ ਮੈਂਬਰਾਂ ਨੂੰ ਪੰਜਾਬ ਤੋਂ ਬਾਹਰ ਲਿਜਾਂਦਾ ਗਿਆ, ਉੱਥੋਂ ਜਹਾਜ਼ ਰਾਹੀਂ ਦਿੱਲੀ ਲਿਆਂਦਾ, ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਤੇ ਉਦੋਂ ਇੱਕ ਚੋਣ ਹੋਈ ਸੀ ਕੈਪਟਨ ਸਾਹਿਬ ਵੇਲੇ, ਜਦੋਂ ਇਸ ਗੱਲ ਦੀ ਗੱਲ ਵਾਪਰੀ ਸੀ। ਪਰ ਉਹ ਇਹ ਜਿਹੜੀ ਆਹ ਚੋਣ ਹੈ, ਇਸ ਚੋਣ ਦੇ ਵਿੱਚ ਸਾਡੀ ਜਿਹੜੀ ਹੈ ਸਮਝ ਤੋਂ ਬਾਹਰ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਆਗੂ ਜਿਹੜੇ ਨੇ ਉਹ ਇਸ ਮੁਹਿੰਮ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋ ਗਏ। ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਜ਼ਿਕਰ ਆਪ ਹੀ ਕੀਤਾ, ਕਿਉਂਕਿ ਤੁਹਾਡੇ ਚੈਨਲ ਰਾਹੀਂ ਸਰਚਾਂਦ ਸਿੰਘ ਜੀ ਜੋ ਬੀਜੇਪੀ ਦੇ ਬੜੇ ਸੀਨੀਅਰ ਆਗੂ ਨੇ, ਉਹਨਾਂ ਨੇ ਜੋ ਆਈਡੀਓ ਨੂੰ ਮੰਨਿਆ ਸੀ ਕਿ ਹਾਂ ਮੇਰੀ ਆ, ਤੇ ਉਸ ਤੋਂ ਬਾਅਦ ਝਿੰਡਾ ਸਾਹਿਬ ਦੀ ਜਿਹੜੀ ਆ ਜਾਣਕਾਰੀ, ਕਿਉਂਕਿ ਖੱਟੜ ਸਾਹਿਬ ਨੇ ਉਹਨਾਂ ਨੂੰ ਜਦੋਂ ਮਿਲਾਇਆ ਤੇ ਉਹਨਾਂ ਨੇ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋਰ ਬੜੀਆਂ, ਜਿਵੇਂ ਤੁਸੀਂ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਸਾਡੇ ਸਤਿਕਾਰਯੋਗ ਨੇ, ਬੜਾ ਵੱਡਾ ਕਮਿਸ਼ਨ ਹੈ, ਉਹਨਾਂ ਵੱਲੋਂ ਵੀ ਇਹ ਆਈ ਆ, ਦਖਲ ਆਈ ਆ। ਤਾਂ ਸਾਨੂੰ ਇਸ ਗੱਲ 'ਚ ਸਮਝ ਨਹੀਂ ਲੱਗੀ ਵੀ ਕਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਬੀਬੀ ਜਗੀਰ ਕੌਰ ਜੀ ਦੇ ਵਾਸਤੇ ਖੁੱਲ ਕੇ ਕੰਪੇਨ ਹੋ ਰਹੀ ਆ, ਜਦੋਂ ਕਿ ਬਾਬਾ ਦਾਦੂਵਾਲ ਜੀ ਜਿਹੜੇ ਕਿ ਦਿੱਲੀ ਕਮੇਟੀ ਦੇ ਹਰਿਆਣਾ ਕਮੇਟੀ ਦੇ ਭਾਵੇਂ ਪ੍ਰਧਾਨ ਪੂਰਨ ਤੌਰ ਤੇ ਤਾਂ ਨਹੀਂ ਬਣੇ, ਪਰ ਆਪਣੇ ਆਪ ਨੂੰ ਉਹ ਭਰੋਸਾ ਨੇ ਬੀਜੇਪੀ ਦੇ, ਸੋ ਉਹਨਾਂ ਵੱਲੋਂ ਵੀ ਖੁੱਲ ਕੇ ਗੱਲ ਕੀਤੀ ਕਿ ਬੀਬੀ ਜੀ ਦੀ ਸਪੋਰਟ ਕਰਦੇ ਆ। ਸੋ ਇਹ ਸਾਰੀਆਂ ਗੱਲਾਂ ਤੋਂ ਬਾਅਦ ਅਸੀਂ ਇਹ ਗੱਲ ਕਹੀ ਕਿ ਬੀਜੇਪੀ ਨੂੰ ਸਿੱਧੇ ਤੌਰ ਤੇ ਦਖਲ ਜਿਹੜਾ ਨਹੀਂ ਦੇਣਾ ਚਾਹੀਦਾ। ਇਸ ਕਰਕੇ ਅਸੀਂ ਮੋਹਨ ਭਾਗਵਤ ਜੀ ਨੂੰ ਚਿੱਠੀ ਲਿਖੀ ਆ, ਕਿਉਂਕਿ ਸਾਰੀਆਂ ਹੀ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਕੰਮ ਕਰਦੀਆਂ ਸਣੇ ਬੀਜੇਪੀ ਦੇ, ਇਹਨਾਂ ਦੇ ਸਰਮੌਰ ਜਿਹੜੀ ਹੈ ਉਹ ਮੋਹਨ ਭਾਗਵਤ ਜੀ ਨੇ। ਤਾਂ ਅਸੀਂ ਇਹ ਗੱਲ ਕਹੀ ਆ ਵੀ ਕੱਲ ਨੂੰ ਤੁਸੀਂ ਇਹ ਕਹੋ ਵੀ ਮੇਰੀ ਸਾਡੀ ਜਾਣਕਾਰੀ ਚ ਨਹੀਂ ਦਿੱਤਾ, ਅਸੀਂ ਇਸ ਕਰਕੇ ਉਹਨਾਂ ਨੂੰ ਇਹ ਜਿਹੜੀ ਜਾਣਕਾਰੀ ਜੋ ਪਿਛਲੇ ਦਿਨਾਂ 'ਚ ਵਾਪਰਿਆ ਉਸ ਦਾ ਅਸੀਂ ਇੱਕ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਗਰੇਵਾਲ ਸਾਹਿਬ, ਮੈਂ ਇਹ ਚੀਜ਼ ਸਮਝਣੀ ਚਾਹੁੰਦਾ ਕਿ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਦੇ ਵਿੱਚ ਇੰਟਰਫੇਰੈਂਸ ਹੈ, ਅੱਗੇ ਪਿੱਛੇ ਹੋਰ ਵੀ ਕਿਤੇ ਤੁਹਾਨੂੰ ਇੰਟਰਫੇਰੈਂਸ ਨਜ਼ਰ ਆਈ ਹੈ? ਗੁਰਚਰਨ ਜੀ, ਹਾਂ, ਇਸ ਇਲੈਕਸ਼ਨ ਦੇ ਵਿੱਚ ਸਿੱਧੇ ਤੌਰ ਤੇ ਕੰਪੇਨ ਕੀਤੀ ਗਈ। ਮੈਂ ਕਿਹਾ ਇਸ ਇਲੈਕਸ਼ਨ ਦੇ ਵਿੱਚ ਸਿੱਧੇ ਤੌਰ ਤੇ ਕੰਪੇਨ ਕੀਤੀ ਗਈ। ਠੀਕ ਹੈ, ਤੁਹਾਨੂੰ ਲੱਗਦਾ ਕਿ ਬੀਜੇਪੀ ਦੇ ਆਗੂਆਂ ਨੂੰ ਤੇ ਬੀਜੇਪੀ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਫੋਨ ਜਾਂ ਕੈਂਪੇਨ ਨਹੀਂ ਕਰਨੀ ਚਾਹੀਦੀ ਸੀ, ਜੋ ਤੁਸੀਂ ਇਲਜ਼ਾਮ ਲਗਾ ਰਹੇ ਹੋ? ਹਾਂ, ਇਸ ਤਰ੍ਹਾਂ ਸਿੱਧੇ ਤੌਰ ਤੇ ਬੀਜੇਪੀ ਨੂੰ ਨਹੀਂ ਕਰਨੀ ਚਾਹੀਦੀ, ਕਿਉਂਕਿ ਸਿੱਖ ਜਿਹੜਾ ਵਾ ਉਹ ਕਿਸੇ ਵੀ ਧਰਮ ਦੇ ਸਿਸਟਮ ਦੇ ਵਿੱਚ ਦਖਲ ਨਹੀਂ ਦਿੰਦਾ। ਮੰਦਰ ਬਹੁਤ ਸਾਡੇ ਸਨਮਾਨਯੋਗ ਨੇ, ਉਹਨਾਂ ਮੰਦਰਾਂ ਦੇ ਕਿਸੇ ਕਮੇਟੀਆਂ ਦੇ ਵਿੱਚ ਸਿੱਖਾਂ ਨੇ ਕਦੇ ਦਖਲ ਨਹੀਂ ਦਿੱਤਾ। ਮੈਂ ਹਰਜੀਤ ਗਰੇਵਾਲ ਜੀ ਦਾ ਰੁਖ ਕਰਾਂ, ਪਰ ਉਸ ਤੋਂ ਪਹਿਲਾਂ ਗੁਰਚਰਨ ਜੀ ਇੱਕ ਹੋਰ ਸਵਾਲ ਹੈ। ਜਿੰਨੇ ਵੀ ਲੀਡਰਾਂ ਦੇ ਤੁਸੀਂ ਨਾਮ ਲੈ ਰਹੇ ਹੋ ਜੋ ਬੀਜੇਪੀ ਦੇ ਨਾਲ ਜੁੜੇ ਹੋਏ ਨੇ, ਮਨਜਿੰਦਰ ਸਿੰਘ ਸਿਰਸਾ, ਇਕਬਾਲ ਸਿੰਘ ਲਾਲਪੁਰਾ, ਸਰਚਾਂਦ ਸਿੰਘ ਜੀ ਜਾਂ ਹੋਰ ਵੀ ਕੁਝ ਆਗੂਆਂ ਦੇ ਨਾਮ ਲਏ ਨੇ, ਇਹ ਸਾਰੇ ਸਿੱਖ ਲੀਡਰਸ ਨੇ, ਬੇਸ਼ੱਕ ਬੀਜੇਪੀ ਨਾਲ ਜੁੜੇ ਹੋਏ ਨੇ। ਅਸੀਂ ਇੱਥੇ ਬਿਲਕੁਲ ਖੁੱਲ ਕੇ ਗੱਲ ਕਹਿੰਦੇ ਆ ਕਿ ਸਿੱਖ ਆਪਣੀ ਭਾਵਨਾਵਾਂ ਦੇ ਤੌਰ ਤੇ ਕੋਈ ਵੀ ਜਿਵੇਂ ਕਹਿੰਦੇ ਆ ਮੁਹਿੰਮ ਛੇੜ ਸਕਦਾ, ਪਰ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਇਹਦੇ ਵਿੱਚ ਹੋਰ ਬਹੁਤ ਸਾਰੇ ਆਗੂ ਨੇ। ਜੇ ਅਸੀਂ ਖੱਟੜ ਸਾਹਿਬ ਦੀ ਗੱਲ ਕਰਦੇ ਆ, ਅਸੀਂ ਭਾਵੇਂ ਉਹ ਗੁਰੂ ਦੇ ਪ੍ਰਤੀ ਆਸਥਾ ਰੱਖਦੇ ਆ, ਹੋਰ ਵੀ ਬੜੀਆਂ ਐਸੀਆਂ ਗੱਲਾਂ ਨੇ ਸਾਡੇ ਜਿਹੜੇ ਮੈਂਬਰ ਸਾਹਿਬਾਨ ਆ ਉਹਨਾਂ ਵੱਲੋਂ ਵੱਡੇ ਜਿਹੜੇ ਬੀਜੇਪੀ ਦੇ ਆਗੂ ਆ ਤੇ ਭਾਵੇਂ ਸਿੱਖ ਨਹੀਂ ਹੈ ਪਰ ਗੁਰੂ ਜੀ ਆਸਥਾ ਜ਼ਰੂਰ ਰੱਖਦੇ, ਅਸੀਂ ਸਤਿਕਾਰ ਕਰਦੇ ਆ ਉਹਨਾਂ ਦੀ ਆਸਥਾ ਦਾ, ਉਹਨਾਂ ਵੱਲੋਂ ਇਹਦੇ ਵਿੱਚ ਪੂਰਨ ਤੌਰ ਤੇ ਇੱਕ ਕੰਪੇਨ, ਇੱਕ ਲੜਾਈ ਵਿੱਢੀ ਗਈ ਕਿ ਬੀਬੀ ਜੀ ਨੂੰ ਇਹ ਜਿਤਾਇਆ ਜਾਵੇ। ਬੀਬੀ ਜੀ ਦੀ ਇਲੈਕਸ਼ਨ ਲੜਨ ਤੇ ਕੋਈ ਇਤਰਾਜ਼ ਨਹੀਂ, ਠੀਕ ਹੈ, ਬੀਬੀ ਜੀ ਇਲੈਕਸ਼ਨ ਲੜਨ, ਕੋਈ ਹੋਰ ਇਲੈਕਸ਼ਨ ਲੜੇ, ਪਰ ਬੀਜੇਪੀ ਸਿੱਧੇ ਤੌਰ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਿੱਧੇ ਤੌਰ ਤੇ ਜਿਹੜੇ ਮੈਂਬਰ ਆ ਉਹਨਾਂ ਨੂੰ ਇਸ ਗੱਲ ਲਈ ਕਰਨ
ਕਿ ਬੀਬੀ ਜੀ ਨੂੰ ਵੋਟ ਪਾਓ। ਇਹ ਜਿਹੜੀ ਕੰਪੇਨ ਜਿਹੜੀ ਆ ਸਾਨੂੰ ਲੱਗਾ ਕਿ ਇਹ ਕੰਪੇਨ ਬੀਜੇਪੀ ਵੱਲੋਂ ਕੀਤੀ ਗਈ ਚੰਗੀ ਨਹੀਂ। ਠੀਕ ਹੈ, ਮੈਂ ਹਰਜੀਤ ਗਰੇਵਾਲ ਜੀ ਦਾ ਰੁਖ ਕਰਦਾ। ਗਰੇਵਾਲ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਸਵਾਲ ਬਹੁਤ ਸਿੱਧਾ ਜਿਹਾ ਕਿ ਐਸਜੀਪੀਸੀ ਲਗਾਤਾਰ ਇਲਜ਼ਾਮ ਲਗਾਉਂਦੀ ਆ ਰਹੀ ਹੈ। ਗਰੇਵਾਲ, ਗੁਰਚਰਨ ਗਰੇਵਾਲ ਜੀ ਸਾਡੇ ਨਾਲ ਬੈਠੇ ਨੇ, ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕੁਝ ਦਿਨ ਪਹਿਲਾਂ ਸਾਡੇ ਨਾਲ ਜੁੜੇ ਹੋਏ ਸੀ, ਉਹ ਵੀ ਇਹੀ ਜ਼ਿਕਰ ਕਰ ਰਹੇ ਸੀ ਕਿ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਹਰਿਆਣਾ ਦੀ ਸਰਕਾਰ ਨੇ, ਸੈਂਟਰ ਦੀ ਸਰਕਾਰ ਨੇ ਬੜੀ ਸਿੱਧੀ ਦਖਲਅੰਦਾਜ਼ੀ ਕੀਤੀ ਹੈ ਔਰ ਇਹ ਕਹਿੰਦੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਇਸ ਤਰੀਕੇ ਨਾਲ ਕੋਈ ਧਾਰਮਿਕ ਮਸਲਿਆਂ ਦੇ ਵਿੱਚ ਆ ਕੇ ਬੀਜੇਪੀ ਆਰਐਸਐਸ ਦਖਲਅੰਦਾਜ਼ੀ ਕਰੇ। ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਕਿ ਜਿਹੜੀ ਆਰਐਸਐਸ ਦੇ ਪ੍ਰਮੁੱਖ ਸ਼੍ਰੀ ਪਰਮ ਪੂਜਨੀय ਸਰਸੰਘ ਚਾਲਕ ਮੋਹਨ ਭਾਗਵਤ ਜੀ ਨੂੰ ਪੱਤਰ ਲਿਖਿਆ ਗਿਆ। ਉਹ ਮੋਹਨ ਭਾਗਵਤ ਜੀ ਬੀਜੇਪੀ ਦੇ ਕਿਸੇ ਵੀ ਕੰਮਾਂ 'ਚ ਕੋਈ ਦਖਲਅੰਦਾਜ਼ੀ ਨਹੀਂ ਦਿੰਦੇ, ਨਾ ਕੋਈ ਦਿਸ਼ਾ ਨਿਰਦੇਸ਼ ਦਿੰਦੇ ਆ, ਨਾ ਹੀ ਬੀਜੇਪੀ ਨਾਲ ਕੋਈ ਉਹਨਾਂ ਦਾ ਸੰਬੰਧ ਆ। ਔਰ ਇਹਦੇ 'ਚ ਇਹ ਠੀਕ ਆ ਕਿ ਅਸੀਂ ਬਹੁਤ ਗਿਣਤੀ 'ਚ ਸਵੈ ਸੇਵਕ ਕੰਮ ਕਰਦੇ ਆ, ਅਸੀਂ ਉਹਨਾਂ ਦੇ ਆਦੇਸ਼ ਨੂੰ ਮੰਨਦੇ ਆ, ਪਰ ਉਹ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ। ਦੂਜੀ ਗੱਲ ਜਿਹੜੀ ਮੈਂ ਕਲੀਅਰ ਕਰ ਦਿਆਂ ਕਿ ਆਰਐਸਐਸ ਇੱਕ ਦੁਨੀਆ ਦਾ ਸਭ ਤੋਂ ਬੜਾ ਸਮਾਜਿਕ ਸੰਗਠਨ ਆ। ਉਹ ਸਮਾਜ ਸੇਵਾ ਦੇ ਕੰਮ ਕਰਦਾ, ਨਾ ਕਿ ਇਸ ਤਰ੍ਹਾਂ ਦੇ ਕੰਮਾਂ 'ਚ ਚੋਣਾਂ ਲੜਾਉਣਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ। ਇਹ ਮੈਂ ਇਹਨਾਂ ਦੇ ਜਾਣਕਾਰੀ ਲਈ ਦੱਸ ਰਿਹਾ। ਦੂਸਰੀ ਜਿਹੜੀ ਗੱਲ ਉਸ ਤੋਂ ਅੱਗੇ ਆ ਕਿ ਅਸੀਂ ਕਈ ਵਾਰ, ਮੈਂ ਵੀ ਕਿਹਾ ਤੇ ਅਸ਼ਵਨੀ ਸ਼ਰਮਾ ਜੀ ਨੇ ਵੀ ਕਿਹਾ, ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਆ, ਕਿ ਬਈ ਭਾਰਤੀ ਜਨਤਾ ਪਾਰਟੀ ਕਿਸੇ ਦੇ ਵੀ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰਦੀ, ਨਾ ਚੋਣਾਂ ਲੜਦੀ ਆ ਤੇ ਨਾ ਲੜਵਾਉਂਦੀ ਆ। ਹੁਣ ਇੰਡੀਵਿਜੂਅਲ ਜਿਹੜੇ ਨੇ, ਜਿਸ ਤਰ੍ਹਾਂ ਸਾਡੇ 'ਚ ਵੀ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮਲ ਹੋਏ ਆ, ਉਹਨਾਂ ਨੇ ਵੀ ਵੋਟ ਕਰਨਾ। ਔਰ ਸਾਡੇ ਜਿਹੜੇ ਸਿੱਖ ਆ, ਜਿਹੜੇ ਆਮ ਆਦਮੀ 'ਚ ਸਿੱਖ ਨੇ, ਜਿਹੜੇ ਕਾਂਗਰਸ 'ਚ ਸਿੱਖ ਨੇ, ਜਿਹੜੇ ਇਹਨਾਂ ਪਾਰਟੀਆਂ ਤੋਂ ਬਿਨਾਂ ਵੀ ਸਿੱਖ ਨੇ, ਉਹਨਾਂ ਦੀ ਆਪਣੀ ਆਸਥਾ, ਉਹਨਾਂ ਦਾ ਆਪਣਾ ਧਰਮ ਦੇ ਬਾਰੇ ਸੋਚਣ ਦਾ ਤਰੀਕਾ, ਤੇ ਉਹ ਤਾਂ ਗੱਲ ਕਰਨਗੇ। ਹੁਣ ਜਿਵੇਂ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ, ਉਹ ਸਿੱਖ ਬੁੱਧੀਜੀਵੀ ਨੇ ਔਰ ਉਹਨਾਂ ਨੇ ਕਈ ਪੁਸਤਕਾਂ ਕਿਤਾਬਾਂ ਵੀ ਲਿਖੀਆਂ ਨੇ ਔਰ ਕਈ ਚੀਜ਼ਾਂ, ਉਹ ਚੀਫ ਖਾਲਸਾ ਦੀਵਾਨ ਦੇ ਪ੍ਰਮੁੱਖ ਰਹੇ ਨੇ ਔਰ ਚੀਫ ਖਾਲਸਾ ਦੀਵਾਨ ਦੀ ਸਿੱਖੀ 'ਚ ਕੀ ਸਥਾਨ ਆ, ਤੇ ਉਸ ਨਜ਼ਰੀਏ ਨਾਲ ਉਹ ਸਿੱਖ ਪੋਲਿਟਿਕਸ ਨੂੰ ਦੇਖਣ, ਉਹਦੇ ਤੇ ਆਪਣੇ ਵਿਚਾਰ ਰੱਖਣ। ਉਹਦੇ ਵਿੱਚ ਪਾਰਟੀ ਕੋਈ ਦਖਲਅੰਦਾਜ਼ੀ ਨਹੀਂ ਕਰਦੀ ਕਿਸੇ ਦੇ ਵੀ ਇਦਾਂ। ਔਰ ਇਸ ਕਰਕੇ ਸਾਰਿਆਂ ਨੂੰ ਜਿਹੜੇ ਸਿੱਖ ਨੇ, ਉਹਨਾਂ ਨੂੰ ਸਿੱਖ ਧਰਮ ਬਾਰੇ ਸੋਚਣ ਦਾ, ਗੱਲ ਕਰਨ ਦਾ ਅਧਿਕਾਰ ਹੈ। ਗਰੇਵਾਲ ਸਾਹਿਬ, ਗੱਲਬਾਤ ਹੁਣ ਅਕਾਲੀ, ਮੈਂ ਸਵਾਲ ਕਰ ਰਿਹਾ, ਤੁਸੀਂ ਕੰਪਲੀਟ ਕਰ ਦਿਓ। ਇਹਦਾ ਮਤਲਬ ਇਹ ਸਮਝਿਆ ਜਾਵੇ ਹਰਜੀਤ ਗਰੇਵਾਲ ਜੀ ਕਿ ਬੀਜੇਪੀ, ਜੇ ਸਿਰਸਾ ਸਾਹਿਬ ਨੇ ਫੋਨ ਕਰ ਦਿੱਤਾ, ਇਕਬਾਲ ਸਿੰਘ ਲਾਲਪੁਰਾ ਜੀ ਨੇ ਫੋਨ ਕਰ ਦਿੱਤਾ, ਜਾਂ ਫਿਰ ਕੋਈ ਕੈਂਪੇਨ ਦੀ ਤਰ੍ਹਾਂ ਫੋਨ ਬਹੁਤ ਵੱਖ-ਵੱਖ ਥਾਵਾਂ ਦੇ ਉੱਤੇ ਕਰ ਦਿੱਤੇ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਵੀ ਤਰ੍ਹਾਂ ਨਾਲ ਐਸਜੀਪੀਸੀ ਦੇ ਵਿੱਚ ਇਹ ਕੋਈ ਦਖਲਅੰਦਾਜ਼ੀ ਹੈ? ਇਹ ਇੱਕ ਪੋਲੀਟੀਕਲ ਗੱਲ ਸੀ ਜੋ ਉਹਨਾਂ ਨੇ ਕਰ ਲਈ, ਤੁਹਾਨੂੰ ਲੱਗਦਾ ਕਿ ਕੋਈ ਦਿੱਕਤ ਨਹੀਂ ਕਰ ਸਕਦੇ ਨੇ? ਇਹ ਨਹੀਂ, ਇਹ ਉਹਨਾਂ ਨੇ ਇੰਡੀਵਿਜੂਅਲੀ ਕੀਤੀ ਆ। ਔਰ ਜਿਹੜੀ ਇਹ ਗੱਲ ਕਰਦੇ ਆ, ਕੋਈ ਇਹਨਾਂ ਕੋਲ ਸਬੂਤ ਹੋਣ ਕਿ ਬੀਜੇਪੀ ਨੇ ਐਜ਼ ਏ ਪਾਰਟੀ ਕੋਈ ਦਿਸ਼ਾ ਨਿਰਦੇਸ਼ ਦਿੱਤੇ ਆ। ਅਸੀਂ ਤਾਂ ਬਾਰ-ਬਾਰ ਆ ਕੇ ਟੀਵੀ ਚੈਨਲਾਂ ਤੇ ਕਹਿੰਦੇ ਰਹੇ ਕਿ ਸਾਡਾ ਐਜ਼ ਏ ਪੋਲੀਟੀਕਲ ਪਾਰਟੀ ਕੋਈ ਦਖਲ ਨਹੀਂ ਔਰ ਨਾ ਅੱਗੇ ਹੋਣਾ। ਔਰ ਦੂਸਰੀ ਗੱਲ ਮੈਂ ਇਹ ਕਹਿਣਾ ਕਿ ਚੋਣਾਂ ਇਹਨਾਂ ਨੇ ਲੜਨੀਆਂ ਨੇ, ਅਕਾਲੀ ਦਲ ਦੀ ਲੀਡਰਸ਼ਿਪ ਪੈ ਗਈ ਆ ਕਮਜ਼ੋਰ। ਹੁਣ ਜੇ ਮਨਪ੍ਰੀਤ ਆਲੀ ਇਹਨਾਂ ਨੂੰ ਛੱਡ ਕੇ ਜਾਂਦੇ ਆ ਤਾਂ ਇਹ ਕਹਿੰਦੇ ਆ ਕਿ ਬੀਜੇਪੀ ਦਾ ਕੰਮ ਆ, ਉਹ ਇਹਨਾਂ ਦੇ ਵਿਧਾਇਕ ਨੇ। ਔਰ ਜੇ ਬੀਬੀ ਜਗੀਰ ਕੌਰ ਨਾਰਾਜ਼ ਹੋ ਗਏ, ਕਹਿੰਦੇ ਆ ਬੀਜੇਪੀ ਦਾ ਕੰਮ ਆ। ਬੀਜੇਪੀ ਦਾ ਕੰਮ ਇਹਨਾਂ ਦੀ ਪਾਰਟੀ ਚਲਾਉਣਾ ਥੋੜਾ ਜੀ। ਉਸ ਤੇ ਹਰ ਗੱਲ ਤੇ ਤੁਸੀਂ ਇਲਜ਼ਾਮ ਲਗਾਓਗੇ। ਅਸੀਂ ਤਾਂ ਸਾਫ਼ ਅੱਜ ਵੀ ਸੱਦਾ ਦਿੰਨੇ ਆ, ਗੁਰਚਰਨ ਸਿੰਘ ਗਰੇਵਾਲ ਸੁਣ ਰਹੇ ਹੋਣੇ ਆ, ਕਿ ਜਿਹਨੂੰ ਮੋਦੀ ਜੀ ਦੀ ਲੀਡਰਸ਼ਿਪ ਪਸੰਦ ਹੋਵੇ, ਜਿਹਨੂੰ ਸਾਡੀ ਵਿਚਾਰਧਾਰਾ ਯੁੱਗ ਪੁਰਸ਼ ਦੀਨ ਦਇਆਲ ਉਪਾਧਿਆਏ ਜੀ ਨੇ ਜਿਹੜੀ ਸਾਨੂੰ ਇਕਾਤਮ ਮਾਨਵ ਦਰਸ਼ਨ ਦਿੱਤੀ ਆ, ਉਹ ਪਸੰਦ ਹੋਵੇ। ਉਹ ਉਹੀ ਆ ਜਿਹੜਾ ਆਖਰੀ ਵਿਅਕਤੀ ਆ, ਜਿਹਦੇ ਸਿਰ ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਉਹਦੇ ਭਲਾ ਕਰਨ ਦੀ ਆ। ਇਹਦੇ ਲਈ ਸੀ 14 ਕਰੋੜ ਤੋਂ ਵੱਧ ਵਰਕਰ ਜੁੜ ਕੇ ਬੈਠਦੇ ਆ। ਉਹ ਸਾਡੇ 'ਚ ਆ ਸਕਦਾ, ਸ਼ਾਮਲ ਹੋ ਸਕਦਾ, ਅਸੀਂ ਉਹਨੂੰ ਵੈਲਕਮ ਕਰਾਂਗੇ। ਉਹ ਕਿਸੇ ਧਰਮ ਦਾ, ਕਿਸੇ ਜਾਤੀ ਦਾ, ਕਿਸੇ ਵਰਗ ਦਾ ਹੋਵੇ, ਸਾਨੂੰ ਉਹਦੇ 'ਚ ਕੋਈ ਡਿਸਟਿੰਕਸ਼ਨ ਨਹੀਂ ਹੈ। ਇਸ ਕਰਕੇ ਇਹਨਾਂ ਗੱਲਾਂ, ਜੇ ਇਹ ਵੀ ਸਾਨੂੰ ਆਪਣੀ ਪਾਰਟੀ ਚਲਾਉਣ ਤੋਂ ਵੀ ਰੋਕਣ ਦੀ ਗੱਲ ਕਰਦੇ ਆ, ਇਸ ਤਰ੍ਹਾਂ ਦਾ ਵੀ ਦਬਾਅ ਸਾਡੇ ਤੇ ਬਣਾਉਣ, ਉਹ ਤਾਂ ਚੰਗੀ ਗੱਲ ਨਹੀਂ ਹੈ। ਅਸੀਂ ਕਦੋਂ ਅਕਾਲੀ ਦਲ ਨੂੰ ਰੋਕਿਆ ਕਿ ਤੁਸੀਂ ਜਿਹਨੂੰ ਸ਼ਾਮਲ ਕਰਨਾ ਕਰ ਲਓ, ਜਿਹਨੂੰ ਨਹੀਂ ਰੱਖਣਾ ਰੱਖੋ, ਜਿਹਨੂੰ ਰੱਖਣਾ ਰੱਖੋ, ਜੋ ਮਰਜ਼ੀ ਕਰੋ ਆਪਣੀ ਐਕਟੀਵਿਟੀ। ਪਰ ਬਿਨਾਂ ਗੱਲਬਾਤ ਤੋਂ ਇਹ ਕਰਨਾ ਕਿ ਸਾਡੇ ਜਿਹੜੇ ਇਹ ਸਿੱਖ ਸਮਾਜ ਦੇ ਆਗੂ ਨੇ, ਉਹ ਵੀ ਇਹਦੇ ਬਾਰੇ ਸੋਚ ਨਹੀਂ ਸਕਦੇ, ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਬਾਰੇ।